ਸ਼੍ਰੀ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦੁਰ ਪਰਮ ਕਿਰਪਾਲਾ, ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸ਼ੀਸ਼ਾ, ਪੁੰਨ ਪੁੰਨ ਸ਼ੀਸ਼ਾ। ਬੰਦੋਂ ਬਾਰ ਬਾਰ ਜਗਤੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਕਮਲ ਬਦਨ ਸੁਖ ਸਦਨ ਗੁਰ, ਕਰਨਾ ਮਨ ਪਰ ਲਿਆਏ। ਪਾਦੇ ਪ੍ਰਾਤ ਕਲਿਆਣ ਦਾ, ਬੋਲੇ ਸ਼ਬਦ ਉਠਾਏ। ਕਮਲ ਬਦਨ ਸੁਖ ਸਦਨ ਗੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਪ੍ਰਤੱਖ ਸਤਿਗੁਰੂ, ਹਾਜ਼ਰਾ ਹਜ਼ੂਰ ਸਤਿਗੁਰੂ, ਗਰੀਬ ਨਵਾਜ਼, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਤਖਤਾਂ ਤਾਜਾਂ ਦੇ ਮਾਲਕ, ਸ਼ਬਦਾ ਅਵਤਾਰ ਸਤਿਗੁਰੂ ਜੀ ਦੀ ਰਹਿਮਤ ਸਦਕਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਮਰ ਕਥਾ, ਸ਼੍ਰੀ ਗੁਰੂ ਨਾਨਕ ਪ੍ਰਕਾਸ਼, ਜਿਸ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ ਨੇ ਪਿਛਲੇ ਦਿਨਾਂ ਤੋਂ ਆਪ ਜੀ ਸੁਖ ਦੇਣ ਵਾਲੀ ਕਥਾ, ਮੁਕਤੀ ਦੇਣ ਵਾਲੀ ਕਥਾ ਆਪ ਜੀ ਸਭ ਸਰਵਣ ਕਰ ਰਹੇ ਹੋ। ਪਿਛਲੇ ਪ੍ਰਸੰਗ ਅੰਦਰ ਆਪਾਂ ਸਰਵਣ ਕੀਤਾ ਸੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਬਾਲ ਲੀਲਾ ਕਰ ਰਹੇ ਨੇ। ਪਿਤਾ ਕਲਿਆਣ ਚੰਦ ਜੀ ਦੇ ਹਿਰਦੇ ਵਿੱਚ ਆਇਆ ਕਿ ਮੈਂ ਆਪਣੇ ਪੁੱਤਰ ਨੂੰ ਹੁਣ ਇਹ ਪੜ੍ਹਨ ਯੋਗ ਹੋ ਗਿਆ ਹੈ, ਤਾਂ ਇਹਨੂੰ ਮੈਂ ਪੜ੍ਹਨ ਵਾਸਤੇ, ਵਿੱਦਿਆ ਵਾਸਤੇ ਪਾਂਧੇ ਕੋਲ ਲੈ ਕੇ ਜਾਵਾਂ।
ਗੋਪਾਲ ਨਾਮੇ ਪਾਂਧੇ ਦੇ ਕੋਲ ਪਿਤਾ ਕਲਿਆਣ ਚੰਦ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਲੈ ਕੇ ਆਉਂਦੇ ਨੇ। ਸਾਰਿਆਂ ਨੇ ਸਰਵਣ ਕੀਤਾ ਹੈ। ਦੋਵੇਂ ਪਿਤਾ ਪੁੱਤਰ ਜਦੋਂ ਚੱਲਦੇ ਨੇ, ਦੁਨੀਆ ਦੇ ਲੋਕ ਬੜੇ ਖੁਸ਼ ਹੁੰਦੇ ਨੇ ਵੇਖ ਕੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਲੈ ਕੇ ਪਿਤਾ ਕਲਿਆਣ ਚੰਦ ਜੀ, ਮਹਿਤਾ ਕਾਲੂ ਜੀ ਜਦੋਂ ਪਾਂਧੇ ਕੋਲ ਆਏ ਤਾਂ ਪਾਂਧੇ ਨੂੰ ਬੜੇ ਪਿਆਰ ਨਾਲ ਮਹਿਤਾ ਕਾਲੂ ਜੀ ਨੇ ਸਤਿਕਾਰ ਸਹਿਤ ਕਿਹਾ ਕਿ ਪਾਂਧਾ ਜੀ, ਮੇਰੇ ਪੁੱਤਰ ਨੂੰ ਤੁਸੀਂ ਵਿੱਦਿਆ ਪੜ੍ਹਾਓ। ਤਾਂ ਪਾਂਧਾ ਜੀ ਦੇ ਜੋ ਉਸ ਸਮੇਂ ਦੀ ਮਰਜ਼ਾਦਾ ਸੀ, ਮਦਰਸੇ ਦੇ ਵਿੱਚ ਸਰਸਵਤੀ ਦੀ ਪੂਜਾ ਕੀਤੀ, ਗ੍ਰਹਿਆਂ ਦੀ ਪੂਜਾ ਕੀਤੀ, ਤਾਂ ਭੇਟਾ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਮਾਤ ਵਿੱਚ ਬਿਠਾ ਲਿਆ। ਦੂਸਰੇ ਬੱਚੇ ਜਿੱਥੇ ਪੜ੍ਹਦੇ ਸਨ, ਪਹਿਲੇ ਦਿਨ ਜੋ ਪੜ੍ਹਾਇਆ, ਬੜੇ ਚਤਰ ਰਸਨਾ ਤੋਂ ਸਤਿਗੁਰਾਂ ਨੇ ਬੜਾ ਸੁੰਦਰ ਜੋ ਪਾਂਧਾ ਜੀ ਪੜ੍ਹਾਉਂਦੇ ਨੇ, ਸ਼ੀਘਰੀ ਸਤਿਗੁਰੂ ਜੀ ਸਮਝ ਕੇ ਉਹ ਵਿੱਦਿਆ ਪੜ੍ਹੀ ਜਾਂਦੇ ਨੇ। ਘਰ ਜਾਂਦੇ ਨੇ, ਪਹਿਲੇ ਦਿਨ ਮਾਤਾ ਜੀ ਬੜਾ ਪਿਆਰ ਕਰਦੇ ਨੇ। ਤਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਅਗਲੇ ਦਿਨ ਫਿਰ ਮਹਿਤਾ ਕਾਲੂ ਜੀ ਲੈ ਕੇ ਆਉਂਦੇ ਨੇ ਮਦਰਸੇ ਦੇ ਵਿੱਚ। ਮਹਿਤਾ ਕਾਲੂ ਜੀ ਗੋਪਾਲ ਨਾਮੇ ਪਾਂਧੇ ਨੂੰ ਕਹਿੰਦੇ ਨੇ ਕਿ ਵਿਸ਼ੇਸ਼ ਕਰਕੇ ਮੇਰੇ ਬੱਚੇ ਨੂੰ ਪੜ੍ਹਾਓ। ਆਪ ਚਲੇ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਟਿਊਸ਼ਨ ਹੋ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਟਿਊਸ਼ਨ ਹੋਣ ਦਾ ਕਾਰਨ ਪਾਂਧਾ ਪੁੱਛਦਾ ਹੈ, ਤੁਸੀਂ ਪੜ੍ਹਦੇ ਕਿਉਂ ਨਹੀਂ? ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਫਿਰ ਤੁਸੀਂ ਕੀ ਪੜ੍ਹਿਆ ਹੈ? ਪਾਂਧਾ ਦੱਸਦਾ, ਮੈਂ ਤਾਂ ਸਭ ਕੁਝ ਪੜ੍ਹਿਆ ਹੈ। ਮੈਂ ਤਾਂ ਜੋ ਗਿਣਤੀ ਮਿਣਤੀ ਪਹਾੜੇ ਨੇ ਸਾਰੇ ਮੈਂ ਪੜ੍ਹੇ ਨੇ। ਮੈਂ ਸਾਰੇ ਜਾਣਦਾ, ਸਾਰੀ ਵਿੱਦਿਆ ਜਾਣਦਾ ਹਾਂ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਸੰਸਾਰੀ ਵਿੱਦਿਆ ਪੜ੍ਹਨ ਦੇ ਨਾਲ ਕੀ ਹੁੰਦਾ ਹੈ? ਇਹਦੇ ਨਾਲ ਕਿਹੜੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ? ਤਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਫਿਰ ਹੁਣ ਅਗਲੇ ਪ੍ਰਸੰਗ ਅੰਦਰ ਇਹ ਸਾਧ ਸੰਗਤ ਜੀ ਪੂਰਬਾਰਧ ਦਾ ਅਧਿਆਇ ਦਾ 6ਵਾਂ ਅਧਿਆਇ ਚੱਲ ਰਿਹਾ ਹੈ। ਪੂਰਬਾਰਧ ਅਧਿਆਇ 6ਵਾਂ, ਇਹ 6ਵਾਂ ਅਧਿਆਇ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੀ ਦਾ। ਤਾਂ ਜਿਵੇਂ ਜਿਵੇਂ ਮੇਰੇ ਮਾਲਕ ਆਪਣੀ ਅੰਮ੍ਰਿਤਮਈ ਬਾਣੀ ਰਾਹੀਂ ਪਾਂਧੇ ਦਾ ਭਲਾ ਕਰਨਗੇ, ਪਾਂਧੇ ਨੂੰ ਉਪਦੇਸ਼ ਦੇਣਗੇ, ਕੇਵਲ ਤੇ ਕੇਵਲ ਪਾਂਧੇ ਦੇ ਪ੍ਰਤੀ ਸ਼ਬਦ ਨਹੀਂ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇਹ ਸਾਰੇ ਸਰਬ ਜੀਵਾਂ ਦੇ ਕਲਿਆਣਕਾਰੀ ਸ਼ਬਦ ਨੇ। ਤਾਂ ਪਿਆਰ ਸਤਿਕਾਰ ਸਹਿਤ ਸਰਵਣ ਕਰਨ ਵਾਸਤੇ ਮਨੋਬਿਰਤੀਆਂ ਇਕਾਗਰ ਕਰੋ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਮਲ ਬਦਨ ਸੁਖ ਸਦਨ ਗੁਰ ਕਰਨਾ ਮਨ ਪਰ ਲਿਆਏ। ਕਮਲ ਬਦਨ ਸੁੱਖਾਂ ਦੇ ਘਰ ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਕਿਰਪਾ ਵਿੱਚ ਮਨ ਵਿੱਚ ਲਿਆ ਕੇ ਪਾਂਧੇ ਨੂੰ ਕੀ ਕਿਹਾ? ਪਾਦੇ ਪ੍ਰਤ ਕਲਿਆਣ ਦਾ ਬੋਲੇ ਸ਼ਬਦ ਉਠਾਏ। ਪਾਂਧੇ ਪ੍ਰਤ ਕਲਿਆਣ ਦਾ ਬੋਲੇ ਸ਼ਬਦ ਉਠਾਏ। ਪਾਂਧੇ ਦੇ ਬਾਰੇ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹੱਲਾ ਪਹਿਲਾ। ਪਾਵਨ ਮੁਬਾਰਕ ਬਾਣੀ ਸ੍ਰੀ ਰਾਗ ਅੰਦਰ ਸਤਿਗੁਰਾਂ ਨੇ ਜਿਹੜਾ ਸ਼ਲੋਕ ਉਚਾਰਿਆ ਇੱਥੇ, ਜੋ ਪਾਂਧੇ ਦੇ ਪ੍ਰਤੀ, ਪਾਂਧੇ ਨੂੰ ਸਮਝਾਉਣ ਵਾਸਤੇ। ਫਿਰ ਬੇਨਤੀ ਕਰਾਂ, ਕੇਵਲ ਪਾਂਧੇ ਦੇ ਭਲੇ ਵਾਸਤੇ ਸ਼ਬਦ ਨਹੀਂ, ਅੱਜ ਇਹ ਸ਼ਬਦ ਪੜ੍ਹ ਕੇ ਸਮੁੱਚੀ ਮਾਨਵਤਾ ਦਾ ਭਲਾ ਹੋ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਅੰਮ੍ਰਿਤਮਈ ਬਾਣੀ ਅੰਦਰ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ। ਸੰਸਾਰਕ ਮਮਤਾ ਨੂੰ ਸਾੜ ਕੇ ਸਤਿਗੁਰੂ ਜੀ ਕਹਿੰਦੇ, ਪਾਂਧਾ ਜੀ ਇਸ ਦੇ ਬੁੱਧੀ ਰੂਪੀ ਕੋਲਿਆਂ ਨੂੰ ਪੀ ਕੇ ਸਿਆਹੀ ਬਣਾ ਕੇ ਆਪਣੀ ਬੁੱਧੀ ਨੂੰ ਵਧੀਆ ਕਾਗਜ਼ ਦਾ ਰੂਪ ਬਣਾ। ਆਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਆਹ ਲਿਖ, ਜਿਹਦੇ ਲੇਖਣ ਦੇ ਨਾਲ, ਜਿਹਦੇ ਹਿਸਾਬ ਕਿਤਾਬ ਦੇ ਨਾਲ ਜਮਾਂ ਦਾ ਫਾਹਾ ਕੱਟਿਆ ਜਾਂਦਾ ਹੈ, ਜੰਮਣ ਮਰਨਾ ਮੁੱਕ ਜਾਂਦਾ। ਜਿਹੜੀ ਵਿੱਦਿਆ ਤੁਸੀਂ ਪੜ੍ਹਾ ਰਹੇ ਹੋ, ਜਿਹੜੀ ਗਣਿਤ ਤੁਸੀਂ ਮੈਨੂੰ ਸਮਝਾ ਰਹੇ ਹੋ, ਜਿਹੜਾ ਹਿਸਾਬ ਕਿਤਾਬ ਤੁਸੀਂ ਮੈਨੂੰ ਪੜ੍ਹਾ ਰਹੇ ਹੋ,
ਇਹਦੇ ਨਾਲ ਸੰਸਾਰਕ ਸੁੱਖ ਤਾਂ ਪ੍ਰਾਪਤ ਹੋ ਸਕਦੇ ਨੇ, ਪਰ ਆਤਮਿਕ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਸੰਸਾਰਕ ਧਨ ਤਾਂ ਇਸ ਦੇ ਨਾਲ ਕਮਾਇਆ ਜਾ ਸਕਦਾ ਹੈ, ਪਰ ਪ੍ਰਮਾਤਮਾ ਦੀ ਕਿਰਪਾ ਸਤ ਤੋਂ ਬਿਨਾ, ਇਸ ਹਿਸਾਬ ਕਿਤਾਬ ਤੋਂ ਬਿਨਾ, ਪ੍ਰਮਾਤਮਾ ਦੀ ਬਾਣੀ ਤੋਂ ਬਿਨਾ, ਇਸ ਲੇਖਾ ਲਿਖਣ ਤੋਂ ਬਿਨਾ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਸਤਿਗੁਰੂ ਜੀ ਕਹਿੰਦੇ ਪ੍ਰਭੂ ਦੀ ਪ੍ਰੀਤ ਨੂੰ ਆਪਣੀ ਲੇਖਣੀ ਅਤੇ ਮਨ ਨੂੰ ਆਪਣਾ ਲੇਖਕ ਬਣਾ ਤੇ ਗੁਰਾਂ ਦੀ ਸਲਾਹ ਲੈ ਕੇ, ਗੁਰਾਂ ਦੀ ਸਲਾਹ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁਸ਼ ਲਿਖ, ਗੁਰਪੁਸ਼ ਦੇ ਅਰਥ ਨੇ ਗੁਰੂ ਦੀ ਸਲਾਹ ਲੈ ਕੇ ਵਾਹਿਗੁਰੂ ਦੀ ਵਿਚਾਰ ਨੂੰ ਲਿਖ। ਲਿਖ ਨਾਮ ਸਲਾਹ ਲਿਖ ਲਿਖੰਤਨ ਪਾਰਾ। ਇਹਦੇ ਵਾਹਿਗੁਰੂ ਦੇ ਨਾਮ ਦੀ ਸਿਫਤ ਲਿਖ ਤੇ ਸਦਾ ਲਿਖੀ ਜਾ, ਲਿਖੀ ਜਾ, ਲਿਖੀ ਜਾ, ਕਿਉਂਕਿ ਉਸ ਦਾ ਕੋਈ ਅਖੀਰ ਤੇ ਅੰਤ ਨਹੀਂ ਪਾਇਆ ਜਾ ਸਕਦਾ। ਇਸ ਦੇ ਜਿਹੜੇ ਸੰਪਰਦਾਇ ਟੀਕਿਆਂ ਦੇ ਅੰਦਰ ਅਨੇਕ ਅਰਥ ਕੀਤੇ ਨੇ ਸ਼ਬਦ ਦੇ। ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾਵਾਰ। ਫਿਰ ਦੂਸਰਾ ਅਰਥ ਹੈ ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਇਹ ਲਿਖ, ਲਿਖੀ ਜਾ, ਅਖੀਰ ਤੇ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਉਸ ਦਾ ਕੋਈ ਅਖੀਰ ਤੇ ਅੰਤ ਨਹੀਂ ਪਾਇਆ ਜਾ ਸਕਦਾ, ਕੋਈ ਅਖੀਰ ਨਹੀਂ। ਲਿਖੀ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਦੀ ਸਲਾਹ ਹੀ ਲਿਖੀ ਜਾ। ਗੁਰੂ ਦੀ ਸਲਾਹ ਲੈ ਕੇ ਨਾ ਵਾਹਿਗੁਰੂ ਦੀ ਵਿਚਾਰ ਨੂੰ ਲਿਖ ਤੇ ਵਾਹਿਗੁਰੂ ਨਾਮ ਦੀ ਸਿਫਤ ਲਿਖੀ ਜਾ, ਲਿਖੀ ਜਾ, ਕਿਉਂਕਿ ਉਸ ਦਾ ਅਖੀਰ ਤੇ ਅੰਤ ਨਹੀਂ ਪਾਇਆ ਜਾ ਸਕਦਾ। ਬਾਬਾ ਇਹੋ ਲਿਖਾ ਲਿਖ ਜਾਣ। ਸਤਿਗੁਰਾਂ ਨੇ ਇੱਥੇ ਗੋਪਾਲ ਪਾਂਧੇ ਨੂੰ ਬਾਬਾ ਸ਼ਬਦ ਵਰਤਿਆ ਹੈ, ਕਿਉਂਕਿ ਸਤਿਕਾਰਤ ਸ਼ਬਦ ਵਰਤਿਆ ਕਿ ਹੇ ਬਾਬਾ ਇਸ ਹਿਸਾਬ ਕਿਤਾਬ ਨੂੰ ਲਿਖਣਾ ਸਿੱਖ। ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਤਾਂ ਜੋ ਜਿੱਥੇ ਹਿਸਾਬ ਕਿਤਾਬ ਪੁੱਛਿਆ ਜਾਵੇ, ਤੇਰੇ ਕਰਮਾਂ ਦਾ ਹਿਸਾਬ ਕਿਤਾਬ ਪੁੱਛਿਆ ਜਾਵੇ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਪੰਚ ਕਿਰਸਾਨ ਵਾ ਭਾ ਗਏ ਲੈ ਬਾਧਿਓ ਜੀਉ ਦਰਬਾਰੀ। ਘਰੀ ਘਰੀ ਕਾ ਲੇਖਾ ਮੰਗੈ, ਜਿੱਥੇ ਇੱਕ ਇੱਕ ਪਲ ਦਾ ਹਿਸਾਬ ਕਿਤਾਬ ਪੁੱਛਿਆ ਜਾਣਾ ਹੈ, ਜਦੋਂ ਉੱਥੇ ਤੇਰੇ ਉੱਤੇ ਸੱਚਾ ਨਿਸ਼ਾਨ ਹੋਵੇ ਨਾਮ ਦਾ। ਜਿੱਥੇ ਤੇਰੇ ਕੋਲੋਂ ਹਿਸਾਬ ਕਿਤਾਬ ਪੁੱਛਿਆ ਜਾਣਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦਿਲਵਾਨ ਬੁਲਾਇਆ, ਚਲ ਦਰਹਾਲ ਦਰਗਹਿ ਕਾ ਆਇਆ। ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ, ਕਿਸ ਵੀ ਖਰਚ ਤੁਮਾਰਾ ਸਾਰੋ ਸੁਬਹ ਨਿਵਾਸ ਸਰਾਏ ਗੁਜ਼ਾਰੋ। ਉੱਥੇ ਲੇਖਾ ਜੋਖਾ ਹੋਣਾ ਹੈ। ਐਵੇਂ ਲੋਕ ਕਹੀ ਜਾਂਦੇ ਨੇ ਅੱਗੇ ਕੋਈ ਜਮ ਨਹੀਂ ਜੀ, ਕੋਈ ਜਮ ਧਰਮ ਰਾਜਾ ਨਹੀਂ ਹੈ, ਇਹ ਤਾਂ ਬਣਾਈਆਂ ਹੋਈਆਂ ਕਥਾ ਕਹਾਣੀਆਂ ਨੇ। ਸਤਿਗੁਰ ਤਾਂ ਪਾਵਨ ਗੁਰਬਾਣੀ ਅੰਦਰ ਵੀ ਲਿਖ ਰਹੇ ਨੇ। ਇਸ ਪ੍ਰਸੰਗ ਦੇ ਵਿੱਚ ਸਾਰੇ ਤੁਹਾਡੇ ਸ਼ੰਕੇ ਨਿਵਰਤ ਹੋ ਜਾਣਗੇ। ਜਿਹੜੇ ਕਹਿੰਦੇ ਅੱਗੇ ਕੱਖ ਨਹੀਂ ਹੈ, ਇੱਥੇ ਹੀ ਸਾਰਾ ਕੁਝ ਹੈ, ਤੇ ਇਸ ਪ੍ਰਸੰਗ ਦੇ ਅੰਦਰ ਹੁਣ ਇਹ ਸ਼ਬਦ ਉਚਾਰਿਆ ਗੁਰੂ ਨਾਨਕ ਸਾਹਿਬ ਜੀ ਨੇ, ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਇਸ ਸ਼ਬਦ ਦਾ ਟੀਕਾ ਕਰਨਗੇ, ਭਾਵ ਅਰਥ ਕਰਨਗੇ। ਬੜੇ ਪਿਆਰ ਵਾਲੇ ਅਰਥ ਹਨ, ਸਰਵਣ ਕਰੋ। ਚੌਪਈ ਕਵੀ ਕਹੇ ਜਾ ਕੋ ਸੁਨ ਟੀਕਾ। ਕਵੀ ਕਹਿਣ ਲੱਗਾ, ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਉਸ ਦੇ ਹੁਣ ਅਰਥ ਸੁਣੋ। ਤੇਰੀ ਮੁਖ ਨਿਕਸਿਓ ਕਲ ਪਦ ਨੀਕਾ। ਜਿਹੜੇ ਸੁੰਦਰ ਸ਼ਬਦ ਗੁਰੂ ਜੀ ਦੇ ਮੁਖ ਤੋਂ ਉਚਾਰਨ ਹੋਏ, ਪੁਰਾ ਸਾਰ ਦਾ ਫੁਰੀ ਸੁਹਾਵ ਹੈ। ਉਹਨਾਂ ਦੀ ਉਚਾਰਨ ਕੀਤੀ ਹੋਈ ਧੁਰ ਦੀ ਬਾਣੀ ਬੜੀ ਸੁਹਾਵਣੀ ਹੈ। ਪਦਵੀ ਪਰ ਜਾਸਤੇ ਪਾਵੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਕਰਕੇ ਉਹਨਾਂ ਦੀ ਧਰਤੀ ਤੇ ਬੜੀ ਉੱਚੀ ਪਦਵੀ ਪਾਈ ਹੈ। ਦੇਹ ਧਰਾ ਜਾਂ ਕਾਰਨ ਧਰਨੀ। ਜਿਸ ਕਾਰਜ ਵਾਸਤੇ ਉਹਨਾਂ ਨੇ ਧਰਤੀ ਤੇ ਅਵਤਾਰ ਧਾਰਿਆ, ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਨਿਰੰਕਾਰ ਪਿਤਾ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਆਪ ਨਾਰਾਇਣ, ਆਪ ਪ੍ਰਤੱਖ ਹਰਿ ਸਤਿਗੁਰੂ ਸੱਚੇ ਪਾਤਸ਼ਾਹ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਕਾਰਜ ਵਾਸਤੇ ਧਰਤੀ ਤੇ ਅਵਤਾਰ ਧਾਰਿਆ ਹੈ। ਬਾਜ ਲਗ ਕਰਨ ਲਗੇ ਸੋ ਕਰਨੀ। ਬੈ ਲਗ ਕਰਨ ਲਗੇ ਸੋ ਕਰਨੀ। ਉਹ ਕਾਰਜ ਬੜੀ ਛੋਟੀ। ਬੈ ਦੇ ਅਰਥ ਨੇ, ਲਗ ਦੇ ਅਰਥ ਨੇ ਛੋਟੀ, ਬੈ ਦੇ ਅਰਥ ਨੇ ਆਯੂ, ਬੈ ਦੇ ਅਰਥ ਨੇ ਉਮਰ, ਲਗ ਦੇ ਅਰਥ ਨੇ ਛੋਟੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਕਾਰਜ ਵਾਸਤੇ ਧਰਤੀ ਤੇ ਅਵਤਾਰ ਧਾਰਿਆ ਨਾ, ਉਹ ਕਾਰਜ ਬੜੀ ਛੋਟੀ ਉਮਰ ਤੋਂ ਹੀ ਕਰਨ ਲੱਗ ਜਾਂਦੇ ਹਨ। ਅਨਵਸਥਾ ਉਪਦੇਸ਼ਕ ਕੇਰੀ। ਛੋਟੀ ਉਮਰ ਵਿੱਚ ਹੀ ਉਪਦੇਸ਼ਕ ਦੇਣ ਲੱਗ ਪਏ। ਸੱਚੇ ਪਾਤਸ਼ਾਹ ਉਪਦੇਸ਼ਕ ਬਣ ਗਏ।
ਉਪਦੇਸ਼ ਦੇਣ ਲੱਗ ਗਏ। ਧਰਾ ਧੀਰਜ ਸਕੇ ਨਹੇਰੀ। ਕਿਉਂ ਉਪਦੇਸ਼ ਦੇਣ ਲੱਗ ਪਏ? ਛੋਟੀ ਉਮਰ ਤੋਂ ਹੀ ਕਾਰਜ ਕਿਉਂ ਆਰੰਭ ਕਰ ਦਿੱਤੇ ਸੱਚੇ ਪਾਤਸ਼ਾਹ ਜੀ ਨੇ? ਕਿਉਂਕਿ ਉਹਨਾਂ ਕੋਲੋਂ ਧਰਤੀ ਦੀ ਵਿਆਕੁਲਤਾ ਸਹਾਰੀ ਨਹੀਂ ਸੀ ਜਾ ਸਕਦੀ, ਵੇਖੀ ਨਹੀਂ ਸੀ ਜਾਂਦੀ ਧਰਤੀ ਦੀ ਪਾਪਾਂ ਭਰੀ ਪਾਪਾਂ ਗ੍ਰਸੀ ਧਰਤੀ ਦੀ। ਜੋ ਪਈ ਪਾਦੇ ਪ੍ਰਤ ਪੂਰਬ ਉਪਕਾਰਾ। ਪਾਂਦੇ ਪ੍ਰਤ ਪੂਰਬ ਉਪਕਾਰਾ। ਪਾਂਦੇ ਨੂੰ ਸੰਸਾਰ ਸਾਗਰ ਤੋਂ ਪਾਰ ਕਰਨ ਲਈ ਅਵਤਾਰ ਨਿਤ ਸ਼ਬਦ ਉਚਾਰਾ। ਸਤਿਗੁਰਾਂ ਨੇ ਉਸ ਦੇ ਉਪਕਾਰ ਹਿਤ ਸ਼ਬਦ ਉਚਾਰਨ ਕੀਤਾ। ਚਤੁਰ ਵੇਦ ਬਰਸਾਰ ਲਿਖਾਇਆ। ਚਾਰ ਵੇਦਾਂ ਦਾ ਸ੍ਰੇਸ਼ਟ ਸਿਧਾਂਤ ਦਰਸਾਇਆ ਸੱਚੇ ਪਾਤਸ਼ਾਹ ਜੀ ਨੇ। ਤਰੇ ਸੇ ਨਰ ਸੁਨ ਮਨ ਵਸਾਇਆ। ਉਹ ਮਨੁੱਖ ਸੰਸਾਰ ਸਾਗਰ ਪਾਰ ਕਰ ਜਾਂਦਾ ਹੈ ਜਿਹੜਾ ਉਸ ਦੀ ਬਾਣੀ ਨੂੰ ਸੁਣ ਕੇ ਮਨ ਵਿੱਚ ਵਸਾਉਂਦਾ ਹੈ। ਸੁਣਨੀ ਹੀ ਨਹੀਂ, ਮਨ ਵਿੱਚ ਵੀ ਵਸਾਉਣੀ ਹੈ। ਮਹਾਰਾਜ ਦੀ ਪਾਵਨ ਬਾਣੀ ਅੰਦਰ ਸੁਣਿਆ ਮੰਨਿਆ ਮਨ ਕੀਤਾ ਭਾਉ। ਸਰਵਣ ਮੰਨਣ ਨਿਧ ਆਸਣ। ਸੁਣਨੀ ਹੀ ਨਹੀਂ, ਜਿਹੜਾ ਸੁਣ ਕੇ ਮਨ ਵਿੱਚ ਵਸਾ ਲੈਂਦਾ ਹੈ ਉਹ ਭਾਵ ਸਾਗਰ ਤੋਂ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਦੋਹਰਾ ਦੇਹ ਦੀਵਟੀ ਕੇ ਵਿਖੇ ਨੇਹ ਮੋਹ ਭਰਪੂਰ। ਦੇਹ ਰੂਪੀ ਦੀਵੇ ਦੇ ਭਾਂਡੇ ਵਿੱਚ ਮੋਹ ਰੂਪੀ ਤੇਲ ਭਰਿਆ ਹੈ। ਬਾਤੀ ਵਿਸ਼ੇ ਵਾਸਨਾ ਅਗਨ ਗਿਆਨ ਤੇ ਦੂਰ। ਇਸ ਵਿੱਚ 32 ਵਿਸ਼ਿਆਂ ਵਾਸ਼ਨਾਵਾਂ ਦੀ ਹੈ ਤੇ ਦੀਵੇ ਵਿੱਚੋਂ ਪੈਦਾ ਹੋ ਰਹੀ ਅਗਨੀ ਗਿਆਨ ਤੋਂ ਦੂਰ ਹੈ। ਚੌਪਈ ਗੁਰ ਪ੍ਰਸਾਦ ਕਰ ਢਿਕ ਜਬ ਹਵੈ ਹੈ। ਜਦ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਆਤਮ ਗਿਆਨ ਲੇ ਪਦ ਪੈ ਹੈ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਇੱਕ ਬਾਹਰੀ ਗਿਆਨ ਹੈ। ਬਾਹਰੀ ਗਿਆਨ ਦੇ ਨਾਲ ਸੰਸਾਰਿਕ ਪਦਾਰਥ ਤਾਂ ਇਕੱਠੇ ਕੀਤੇ ਜਾ ਨਾ ਸਕਦੇ ਨੇ, ਪਰ ਜੰਮਣ ਮਰਨ ਤੋਂ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਜੰਮਣ ਮਰਨ ਨਹੀਂ ਕੱਟਿਆ ਜਾ ਸਕਦਾ। ਜਿਹੜਾ ਆਤਮਿਕ ਗਿਆਨ ਹੈ ਨਾ, ਜਿਹਨੂੰ ਆਤਮਿਕ ਗਿਆਨ ਹੋ ਜਾਂਦਾ ਹੈ, ਉਹਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ। ਜੰਮਣ ਮਰਨ ਹੀ ਖਤਮ ਨਹੀਂ ਹੁੰਦਾ ਅਤੇ ਮਨੁੱਖ ਉੱਚੀ ਪਦਵੀ ਪਾਉਂਦਾ ਹੈ। ਤਿੰਨ ਕੋ ਪਦਵੀ ਉੱਚ ਭਈ, ਉਹਨਾਂ ਦੀ ਪਦਵੀ ਉੱਚੀ ਹੋ ਜਾਂਦੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਤੇ ਆਤਮਿਕ ਗਿਆਨ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ। ਸ੍ਰੀ ਨਾਨਕ ਹੋਏ ਗੁਰ ਦੁਖ ਖੋ। ਸ਼੍ਰੀ ਨਾਨਕ ਜੀ ਦੁੱਖਾਂ ਨੂੰ ਹਰਨ ਵਾਲੇ ਗੁਰੂ ਹੋਏ ਹਨ। ਪ੍ਰਸੀਦ ਉਪਦੇਸੋ ਸੋ। ਉਹਨਾਂ ਨੇ ਸਾਰੀ ਦੁਨੀਆ ਨੂੰ ਸੱਚ ਦਾ ਉਪਦੇਸ਼ ਸੁਣਾਇਆ ਹੈ। ਦੇਹ ਮੋਹ ਜਬ ਪਾਦਾ ਜਾਰੋ। ਸੰਸਾਰਕ ਮਮਤਾ ਨੂੰ ਸਾੜ ਦੇਵੋ ਪਾਂਦਾ ਜੀ। ਗਿਆਨ ਅਗਨ ਸੋ ਸਗਲ ਨਿਵਾਰੋ। ਗਿਆਨ ਅਗਨੀ ਨਾਲ ਸਭ ਦੁੱਖਾਂ ਨੂੰ ਦੂਰ ਕਰੋ। ਸ਼ਰਧਾ ਧਰ ਕਾਰਜ ਬਰ ਪਾਵੈ। ਸਤਿਗੁਰੂ ਜੀ ਕਹਿੰਦੇ ਸ਼ਰਧਾ ਧਾਰਨ ਰੂਪੀ ਸ੍ਰੇਸ਼ਟ ਕਾਜਰ ਦੇ ਅਰਥ ਨੇ ਕੱਜਲ, ਜਿਹੜਾ ਸੁਰਮਾ ਅੱਖਾਂ ਵਿੱਚ ਪਾਇਆ ਜਾਂਦਾ ਹੈ। ਕਹਿੰਦੇ ਸ਼ਰਧਾ ਧਾਰਨ ਰੂਪੀ ਸ੍ਰੇਸ਼ਟ ਕਾਜਲ ਅੱਖਾਂ ਵਿੱਚ ਪਾਵੋ। ਅਹੰ ਤਨ ਤਜਨਾ ਕਸਨ ਸਵਾਰੋ। ਦੇਹ ਅਭਿਮਾਨ ਨੂੰ ਛੱਡ ਕੇ ਜੀਵਨ ਨੂੰ ਸਵਾਰੋ ਪਾਂਦਾ ਜੀ। ਮਤ ਸਾਰ ਕੋ ਕਾਗਦ ਕਰੀਏ। ਸੁਮਤ ਸਾਰ ਕੋ ਸ੍ਰੇਸ਼ਟ ਬੁੱਧੀ ਨੂੰ ਕਾਗਜ਼ ਬਣਾਓ। ਹੁਣ ਉਸੇ ਸ਼ਬਦ ਦੇ ਅਰਥ ਚੱਲ ਰਹੇ ਨੇ ਜਿਹੜਾ ਇੱਕ ਪਦਾ ਮਹਾਰਾਜ ਜੀ ਨੇ ਪਹਿਲਾਂ ਉਚਾਰਿਆ ਨਾ। ਸ਼੍ਰੀ ਰਾਗ ਦੇ ਅਗਲੇ ਇਸ ਪ੍ਰਸੰਗ ਦੇ ਵਿੱਚ ਹੀ 2 ਪਦੇ ਹੋਰ ਆਉਣਗੇ ਸੱਚੇ ਪਾਤਸ਼ਾਹ ਜੀ ਦੇ, ਤਾਂ ਅੱਗੇ ਪਦੇ ਹੋਰ ਆਉਣਗੇ ਇਸ ਸ਼ਬਦ ਦੇ ਨਾਲ ਨਾਲ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਅਰਥ ਵੀ ਕਰ ਰਹੇ ਨੇ। ਕਹਿੰਦੇ ਸ੍ਰੇਸ਼ਟ ਬੁੱਧੀ ਦਾ ਕਾਗਜ਼ ਬਣਾਓ ਭਾਉ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਸ੍ਰੇਸ਼ਟ ਬੁੱਧੀ ਦਾ ਕਾਗਜ਼ ਬਣਾਓ ਪ੍ਰਭੂ ਦੀ ਪ੍ਰੀਤ ਆਪਣੀ ਭਾਉ ਕਲਮ ਕਰ ਮਨ ਕਰ ਧਰੀਏ। ਸਮਤ ਸਾਰ ਕੋ ਕਾਗਦ ਕਰੀਏ ਭਾਉ ਕਲਮ ਕਰ ਮਨ ਕਰ ਧਰੀਏ। ਪ੍ਰਭੂ ਦੀ ਪ੍ਰੀਤ ਨੂੰ ਆਪਣੀ ਲੇਖੀ ਭਾਵ ਕਲਮ ਬਣਾਓ ਤੇ ਮਨ ਨੂੰ ਆਪਣਾ ਲੇਖਕ ਬਣਾਓ। ਲੇਖਕ ਚੇਤ ਬੂਝ ਗੁਰਦੁਆਰਾ। ਗੁਰਾਂ ਦੀ ਸਲਾਹ ਲੈ ਕੇ ਲਿਖੀਏ ਸਤ ਵਿਚਾਰਾ। ਲੇਖਕ ਚਿੱਤ ਆਪਣੇ ਮਨ ਨੂੰ ਲੇਖਕ ਬਣਾਓ ਤੇ ਗੁਰਾਂ ਦੀ ਸਲਾਹ ਲੈ ਕੇ ਵਾਹਿਗੁਰੂ ਦੀ ਵਿਚਾਰ ਨੂੰ ਲਿਖੋ। ਉਤਲੇ ਸ਼ਬਦ ਦੇ ਹੀ ਸਾਰੇ ਅਰਥ ਹਨ। ਦੋਹਰਾ ਆਸ ਲੇਖਾ ਲਿਖ ਜਾਣ ਤੋਂ ਜਿਸ ਤੇ ਊਨ ਨਾ ਹੋਏ। ਇਸ ਤਰ੍ਹਾਂ ਦਾ ਲੇਖਾ ਲਿਖਣਾ ਸਿੱਖ ਪਾਂਦਾ ਤਾਂ ਜੋ ਜਿੱਥਾ ਹਿਸਾਬ ਕਿਤਾਬ ਪੁੱਛਿਆ ਜਾਵੇ ਤੇਰੇ ਵਿੱਚ ਕੋਈ ਊਣਤਾਈ ਨਾ ਹੋਵੇ।
ਜਦੋਂ ਉੱਥੇ ਦਰਗਾਹ ਦੇ ਵਿੱਚ ਹਿਸਾਬ ਕਿਤਾਬ ਪੁੱਛਿਆ ਜਾਵੇ, ਪਾਂਦਾ ਜੀ ਲਿਖੋ ਨਾਮ ਤੈ ਸਿਵਤ ਲਿਖੋ ਅੰਤ ਨ ਪਰ ਉਰ ਕੋਏ। ਵਾਹਿਗੁਰੂ ਦਾ ਨਾਮ ਲਿਖੋ ਤੇ ਉਸ ਦੀ ਸਿਫਤ ਲਿਖੋ ਤੇ ਲਿਖੀ ਜਾਓ, ਲਿਖੀ ਜਾਓ, ਉਸ ਦਾ ਕੋਈ ਅਖੀਰ ਜਾਂ ਅੰਤ ਨਹੀਂ ਹੈ। ਚਉਪਈ ਜੇ ਸਥਾਨ ਲੇਖਾ ਜਮਲੇ। ਹੁਣ ਬੜੇ ਧਿਆਨ ਦੇ ਨਾਲ ਆਪ ਜਿਹੜੇ ਗੁਰਮੁਖ ਪਿਆਰੇ ਜਿੰਨੀਆਂ ਕੁ ਰੂਹਾਂ ਬਖਸ਼ੀਆਂ ਰੂਹਾਂ ਜੁੜੇ ਹੋ, ਬੜੇ ਸਤਿਕਾਰ ਦੇ ਨਾਲ, ਬੜੇ ਧਿਆਨ ਦੇ ਨਾਲ ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਇਹ ਅਮਰ ਕਥਾ ਸਰਵਣ ਕਰੋ, ਫਿਰ ਪੜੋ। ਜੇ ਸਥਾਨ ਲੇਖਾ ਜਮਲੇ। ਕਹਿੰਦੇ ਜਿਸ ਥਾਂ ਤੇ ਧਰਮ ਰਾਜ ਲੇਖਾ ਜਮ ਲਈ, ਲੇਖਾ ਮੰਗਦਾ ਹੈ, ਸੱਚ ਨਿਸ਼ਾਨੀ ਹੇਰ ਮੁਚੇ। ਉਥੇ ਸੱਚ ਦੀ ਨਿਸ਼ਾਨੀ ਵੇਖ ਕੇ ਤੇ ਛੱਡ ਦਿੰਦਾ ਹੈ। ਫਿਰ ਉਥੇ ਰੇ ਦਰਗੇ ਕਹੇ ਨਾ ਕੋ ਵਾਓ ਬੈਠ ਆਦਰ ਸੁਭ ਦੇਊਆ ਮਹਿਲੀ ਪਾਵੇਂ ਤੂੰ ਬਾਸਾ ਜਨਮ ਮਰਨ ਹੋਏ ਬਿਨਾਸਾ। ਇਹ ਦਰਗਾਹ ਦੇ ਵਿੱਚ ਤੈਨੂੰ ਦਰਕਾਰਿਆ ਨਹੀਂ ਜਾਏਗਾ। ਲੇਖਾ ਧਰਮ ਰਾਏ ਕੀ ਬਾਕੀ। ਕਹਿੰਦੇ ਲੇਖਾ ਜਿਹੜਾ ਜਮ ਰਾਜ ਲੇਖਾ ਮੰਗਦਾ ਹੈ ਨਾ ਧਰਮ ਰਾਜਾ, ਜਦੋਂ ਸੱਚ ਦੀ ਨਿਸ਼ਾਨੀ ਮਸਤਕ ਤੇ ਵੇਖਦਾ ਤੇ ਉਹ ਛੱਡ ਦਿੰਦਾ ਹੈ ਉਹਨਾਂ ਦਾ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਉਥੇ ਦਰਗਾਹ ਦੇ ਵਿੱਚ ਲੇਖੇ ਜੋਖੇ ਦੇ ਕਾਗਜ਼ ਪਾੜ ਦਿੰਦੇ ਨੇ ਜਿਨ੍ਹਾਂ ਦੇ ਧਰਮ ਦੇ ਨਿਸ਼ਾਨੀ, ਸੱਚ ਦੀ ਨਿਸ਼ਾਨੀ ਮਸਤਕ ਦੇ ਉੱਪਰ ਹੁੰਦੀ ਹੈ। ਹੋਸ਼ ਹੋਏ ਸਾਹ ਕੋ ਜੈਸੇ। ਜਿਵੇਂ ਖਜ਼ਾਨਚੀ ਬਾਦਸ਼ਾਹ ਪਾਸੋਂ ਕਰ ਨਹੀਂ ਲੈ ਸਕਦਾ। ਖਜ਼ਾਨਚੀ ਜਿਹੜਾ ਹੈ ਨਾ, ਖਜ਼ਾਨਚੀ ਉਹ ਬਾਦਸ਼ਾਹ ਦੇ ਪਾਸੋਂ ਕਰ ਭਾਵ ਟੈਕਸ ਨਹੀਂ ਲੈ ਸਕਦਾ। ਇਸ ਤਰ੍ਹਾਂ ਸੱਚ ਦੀ ਨਿਸ਼ਾਨੀ ਵਾਲੇ ਵਿਅਕਤੀ ਪਾਸੋਂ ਇੱਕ ਨੌਕਰ ਮਾਲਕ ਮਾਮਲਾ ਕਿਵੇਂ ਮੰਗ ਸਕਦਾ ਹੈ ਜਿਹਦੇ ਕੋਲ ਸੱਚ ਦੀ ਨਿਸ਼ਾਨੀ ਹੈ। ਫਿਰ ਬੜੇ ਧਿਆਨ ਨਾਲ ਸੁਣੋ। ਕੁਸ਼ਪ ਹੋਏ ਸ਼ਾਹ ਕੋ ਜੈਸੇ। ਜਿਵੇਂ ਨੌਕਰ ਇੱਕ ਰਾਜੇ ਦੇ ਕੋਲੋਂ ਟੈਕਸ ਨਹੀਂ ਨਾ ਲੈ ਸਕਦਾ, ਇਸ ਤਰ੍ਹਾਂ ਜਿਹਦੇ ਕੋਲ ਸੱਚ ਦੀ ਨਿਸ਼ਾਨੀ ਹੈ, ਵਾਹਿਗੁਰੂ ਦੇ ਨਾਮ ਦੀ ਨਿਸ਼ਾਨੀ ਹੈ, ਉਸ ਪਾਸੋਂ ਉਸ ਵਿਅਕਤੀ ਪਾਸੋਂ ਨੌਕਰ ਮਾਮਲਾ ਕਿਵੇਂ ਮੰਗ ਸਕਦਾ। ਭਾਵ ਧਰਮ ਰਾਜ ਵੀ ਨੌਕਰ ਬਣ ਜਾਂਦਾ ਹੈ। ਹਾਂਜੀ ਤੇ ਸੁਲਕ ਭ੍ਰਿਤ ਲੈ ਕੈਸੇ। ਭਾਵ ਪ੍ਰਭੂ ਦਾ ਭਗਤ ਪ੍ਰਭੂ ਬਰਾਬਰ ਹੋ ਜਾਂਦਾ ਹੈ ਤੇ ਧਰਮ ਰਾਜ ਉਸ ਦਾ ਨੌਕਰ ਹੋ ਜਾਂਦਾ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰਭੂ ਦਾ ਭਗਤ ਪ੍ਰਭੂ ਦੇ ਬਰਾਬਰ ਹੋ ਜਾਂਦਾ ਹੈ ਨਾਮ ਜਪਣ ਵਾਲਾ। ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹ ਆ, ਭੇਦ ਨਾ ਜਾਣੋ ਮੂਲ ਸਾਈਂ ਜੇ ਆ। ਹੁਣ ਧਰਮ ਰਾਜ ਨੂੰ ਇੱਥੇ ਨੌਕਰ ਲਿਖਿਆ ਕਿ ਨੌਕਰ ਕਿਵੇਂ ਲੇਖਾ ਜੋਖਾ ਲੈ ਸਕਦਾ ਹੈ ਮਾਲਕ ਦੇ ਕੋਲੋਂ। ਭਗਤ ਜਿਹੜਾ ਉਹ ਤਾਂ ਮਾਲਕ ਬਣ ਗਿਆ, ਪ੍ਰਮਾਤਮਾ ਦਾ ਰੂਪ ਬਣ ਗਿਆ। ਬੜੇ ਪਿਆਰ ਨਾਲ, ਬੜੇ ਪਿਆਰ ਵਾਲੇ ਸ਼ਬਦ ਨੇ। ਕੋਸ਼ਪ ਹੋਏ ਸ਼ਾਹ ਕੋ ਜੈਸੇ ਤੇ ਸੁਲਕ ਭ੍ਰਿਤ ਲੈ ਕੈਸੇ। ਪ੍ਰਭੂ ਦਾ ਭਗਤ ਪ੍ਰਭੂ ਦੇ ਬਰਾਬਰ ਹੋ ਜਾਂਦਾ ਹੈ, ਧਰਮ ਰਾਜ ਵੀ ਉਸ ਦਾ ਨੌਕਰ ਹੋ ਜਾਂਦਾ ਹੈ। ਆਪ ਪਾਇਨ ਦੇ ਮਿਲੇ ਹੈ। ਕਹਿੰਦੇ ਜਿਸ ਨੂੰ ਪ੍ਰਭੂ ਜੀ ਆਪ ਮਿਲ ਪੈਂਦੇ ਨੇ, ਹਾਂਜੀ, ਦਰ ਕਰ ਪੁਨ ਸੁਖ ਚ ਚਲੇ ਹੈ। ਉਸ ਦੇ ਹਿਰਦੇ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ। ਹੇ ਪਾਂਦੇ ਅਸ ਲੇਖਾ ਜੇ ਤਵਰ ਪਾਦਾ। ਪਾਂਦਾ ਪੜੋ ਇਹਨੂੰ, ਪਾਦਾ ਨਹੀਂ ਪਾਂਦਾ। ਇਸ ਤਰ੍ਹਾਂ ਹਿਰਦੇ ਵਿੱਚ ਜੇ ਤੂੰ ਲੇਖਾ ਧਾਰਨ ਕਰਦਾ ਹੈ ਤੇ ਤੇਰਾ ਉਧਾਰ ਹੋ ਜਾਵੇਗਾ। ਉਦਰੇ ਗੋ ਭਵ ਸਿੰਧ ਅਗਾਧਾ। ਪਾਂਦਾ ਜੀ ਤੇਰਾ ਉਧਾਰ ਹੀ ਨਹੀਂ ਹੋਵੇਗਾ, ਤੂੰ ਭਵ ਸਾਗਰ ਸੰਸਾਰ ਸਾਗਰ ਤੋਂ ਤਰ ਜਾਵੇਂਗਾ। ਜੀਵ ਅਨੋਜ ਜਾਏ ਜਿਹ ਜਾਈ। ਨਿਤਾਣਾ ਜੀਵ ਜਿੱਥੇ ਵੀ ਜਾਂਦਾ ਹੈ, ਪਰਮ ਮੀਤ ਜੋ ਤਹਾਂ ਸੁਭਾਈ। ਪਰਮ ਮਿੱਤਰ ਪ੍ਰਭੂ ਜੀ ਹਰ ਥਾਂ ਉਸ ਦੀ ਸਹਾਇਤਾ ਕਰਦੇ ਨੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੈ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਜਾਨੋ, ਹਰ ਕਾ ਨਾਮ ਤਹਿ ਨਾਲ ਪਛਾਨੋ। ਜੈ ਮੋਹ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ। ਪਰਮ ਮਿੱਤਰ ਪਰਮ ਮੀਤ ਜਿੱਥੇ ਵੀ ਨਿਤਾਣਾ ਜੀਵ ਜਾਵੇਗਾ, ਜੀਵ ਆਤਮਾ ਜਾਵੇਗੀ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਕਿਉਂ ਨਹੀਂ ਉਹ ਸਹਾਇਤਾ ਕਰਦਾ? ਉਹ ਹਰ ਥਾਂ ਤੇ ਹੀ ਸਹਾਇਤਾ ਕਰਦਾ ਹੈ। ਜਦੋਂ ਅਸੀਂ ਪਰਮ ਮਿੱਤਰ ਪ੍ਰਭੂ ਨੂੰ ਬਣਾ ਲਵਾਂਗੇ, ਫਿਰ ਉਹ ਤਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਤਾਂ ਫਿਰ ਹਰ ਸਮੇਂ ਸਦਾ ਅੰਗ ਸੰਗੇ, ਉਹ ਸਦਾ ਅੰਗ ਸੰਗ ਰਹਿੰਦਾ ਹੈ। ਪਰਮ ਮਿੱਤਰ ਜੋ ਬਣ ਗਿਆ,
ਉਹ ਸਹਾਇਤਾ ਵੀ ਕਰਦਾ ਹੈ। ਸਾਰਬ ਭੂਮ ਸ਼ਰਨ ਜਿਹ ਪਰਨਾ, ਜਿਹੜਾ ਵੀ ਵਿਅਕਤੀ ਉਸ ਚੱਕਰਵਰਤੀ ਵਾਹਿਗੁਰੂ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ, ਤਿਨ ਨਰ ਔਰ ਡਰ ਕਿਉ ਫਿਰ ਕਰਨਾ। ਉਸ ਵਿਅਕਤੀ ਨੇ ਫਿਰ ਕਿਸੇ ਦਾ ਡਰ ਕਿਉਂ ਮੰਨਣਾ ਹੈ? ਭਾਵ ਉਹ ਭੈ ਤੋਂ ਰਹਿਤ ਹੋ ਜਾਂਦਾ ਹੈ। ਮਾਨੁਖ ਕੀ ਕੋ ਕੇਤਕ ਬਾਤ, ਜਮ ਤੇ ਰਾਖੇ ਦੇ ਕਰ ਹਾਥ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੜੇ ਸੁੰਦਰ ਪ੍ਰਮਾਣ ਗੁਰਬਾਣੀ ਅੰਦਰ ਵੀ ਆਉਂਦੇ ਨੇ। ਮਾਨੁਖ ਕੀ ਕੋ ਕੇਤਕ ਬਾਤ, ਅਸੀਂ ਤਾਂ ਬੰਦਿਆਂ ਕੋਲੋਂ ਡਰੀ ਜਾਂਦੇ ਆ ਕਿ ਫਲਾਣਾ ਬੰਦਾ ਮੇਰਾ ਆਹ ਨਾ ਵਿਗਾੜ ਦੇਵੇ, ਉਹ ਨਾ ਵਿਗਾੜ ਦੇਵੇ। ਸਤਿਗੁਰੂ ਜੀ ਕਹਿੰਦੇ ਮਨੁੱਖਾਂ ਦੀ ਗੱਲ ਛੱਡੋ, ਉਹ ਤੇ ਜਮਾਂ ਤੋਂ ਵੀ ਰੱਖ ਲੈਂਦਾ ਹੈ। ਜਮ ਤੇ ਰਾਖੈ ਦੇ ਕਰ ਹਾਥ, ਐਸਾ ਹੈ ਮੇਰਾ ਦੀਨ ਦਿਆਲ ਸਤਿਗੁਰੂ। ਦੋਹਰਾ ਸੁਨ ਸ਼੍ਰੋਨਨ ਬਨ ਗੁਰਹਿ ਪੁਨ, ਪਾਂਦੇ ਅਚਰਜ ਚੀਨ। ਜਦੋਂ ਪਾਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਮੁਖਾਰਬਿੰਦ ਤੋਂ ਪਾਵਨ ਸ਼ਬਦ ਸੁਣੇ ਨਾ, ਪਾਂਦਾ ਚਕਰਤ ਹੋ ਗਿਆ, ਪਾਂਦਾ ਅਚਰਜ ਹੋ ਗਿਆ। ਅਚਰਜਤਾ ਧਾਰਨ ਕਰ ਲਈ। ਦੁਤੇ ਇੰਦਰਾ ਕੇਂਦ ਜਿਉ ਜੋਨ ਬੈਨ ਇਨਕੀਨ। ਜਿਵੇਂ ਕਹਿੰਦੇ ਦੁੱਤੇ ਪਾਂਦੇ ਨੇ ਸ਼ਬਦ ਸੁਣ ਕੇ ਕੰਨਾਂ ਨਾਲ ਸੁਣਿਆ, ਬੜਾ ਆਰਾਮ ਸੋਚਣ ਲੱਗਾ ਇਹ ਦੂਜ ਦੇ ਚੰਦ ਦਾ ਪੁੰਨਿਆਂ ਦਾ ਚੰਦਰਮਾ ਵਾਂਗੂ ਰੋਸ਼ਨੀ ਹੈ। ਚੌਪਈ ਚਿਤ ਚਕੋਰ ਚਮਕੀ ਚਾਰੂ, ਪਾਂਦੇ ਦੇ ਚਿੱਤ ਵਿੱਚ ਚਕੋਰ ਵਾਂਗ ਸੁੰਦਰ ਬਾਲ ਨੂੰ ਵੇਖਣ ਦੀ, ਬਾਲਣ ਤੁਲਨਾ ਬਾਲ ਚਾਰੂ, ਚਾਹ ਪੈਦਾ ਹੋਈ ਸੁੰਦਰ ਬਾਲਕ ਨੂੰ ਵੇਖਣ ਦੀ। ਭਲਾ ਵਿਸਾਲ ਦਿਆਲ ਭਲ ਭਾਂਤੀ, ਕਹਿਣ ਲੱਗਾ ਦੁਨੀਆ ਵਿੱਚ ਹੋਰ ਕੋਈ ਬਾਲਕ ਇਸ ਬਰਾਬਰੀ ਨਹੀਂ ਕਰ ਸਕਦਾ। ਚਿੱਤ ਚਕੋਰ ਚਮਕੀ ਚਾਰੂ, ਬਾਲਕ ਬਾਲਨ ਤੁਲਨਾ ਬਾਲ ਚਾਰੂ। ਕਹਿੰਦੇ ਪਾਂਦਾ ਕਹਿਣ ਲੱਗਾ ਹੈ ਦੁਨੀਆ ਦੇ ਵਿੱਚ, ਪੂਰੀ ਕਾਇਨਾਤ ਦੇ ਵਿੱਚ ਹੋਰ ਕੋਈ ਬਾਲਕ ਇਸ ਬਾਲਕ ਦੀ ਬਰਾਬਰੀ ਨਹੀਂ ਕਰ ਸਕਦਾ। ਇਹ ਵਿਸ਼ਾਲ ਕਲਾਤਮਕ ਦਿਆਲਤਾ ਦਾ ਸਰੂਪ ਹੈ। ਜਨ ਕਲ ਮਲ ਕਲ ਬਲ ਆਰਤੀ, ਮਾਨੋ ਬਲਵਾਨ ਕਲਯੁਗ ਦੇ ਬਲੀ ਪਾਪਾਂ ਦੇ ਵੈਰੀ ਹਨ। ਸੂਝ ਪਰੀ ਬੂਝਨ ਹਿਤ ਉਦਤਿਓ, ਸਾਰੀ ਗੱਲ ਸਮਝ ਆਈ ਤਾਂ ਪੁੱਛਣ ਵਾਸਤੇ ਤਿਆਰ ਹੋ ਗਿਆ। ਕਮਲ ਬਦਨ ਅਲ ਬਾਚ ਗੁਰ ਵਿਦਤਿਓ। ਫਿਰ ਉਸ ਭੌਰੇ ਰੂਪੀ ਸ਼ਬਦ ਗੁਰੂ ਜੀ ਦੇ ਕਮਲ ਵਰਗੇ ਮੁਖੜੇ ਸਨਮੁਖ ਪ੍ਰਗਟ ਕੀਤੇ। ਆਰਜ ਸਜਨ ਭਜਨ ਜਲ ਮੀਨਾ, ਸ੍ਰੇਸ਼ਟ ਭਗਤ ਭਜਨ ਰੂਪ ਜਲ ਵਿੱਚ ਮੱਛੀ ਵਾਂਗ ਰਹਿਣ ਵਾਲੇ। ਨੇ ਸੋ ਦੇਖੇ ਮੈਂ ਅਤ ਦੀਨਾ, ਮੈਂ ਗਰੀਬ ਨੇ ਸੁਣੇ ਅਤੇ ਵੇਖੇ ਹਨ। ਆਸਨ ਬਸਤਨ ਪ੍ਰਾਪਤ ਨਾਹੀ, ਮੈਂ ਅਤ ਗਰੀਬ ਹਾਂ, ਭੋਜਨ ਅਤੇ ਵਸਤਰ ਪ੍ਰਾਪਤ ਨਹੀਂ ਹਨ। ਆਵੇ ਖਾਏ ਰੰਕ ਸੇ ਆਹੀ, ਮੇਰਾ ਰਹਿਣ ਸਹਿਣ ਤੇ ਖਾਣ ਪੀਣ ਕੰਗਾਲਾਂ ਵਰਗਾ ਹੈ। ਸੱਚੇ ਪਾਤਸ਼ਾਹ ਇਸ ਕਰ ਮੁਰ ਔਰ ਸ਼ਰਦਾ ਹਾਰੀ, ਇਹ ਭਾਵਨਾ ਭਰੇ ਸ਼ਬਦ ਪਾਂਦਾ ਕਹਿ ਰਿਹਾ ਗੁਰੂ ਨਾਨਕ ਸਾਹਿਬ ਜੀ ਨੂੰ। ਇਸ ਕਰਕੇ ਮੈਂ ਦਿਲ ਵਿੱਚ ਸ਼ਰਧਾਹੀਨ ਹੋ ਗਿਆ ਹਾਂ ਤੇ ਭੁੱਲ ਗਿਆ ਹਾਂ। ਫਿਰ ਮਰਨਾ ਸਭ ਹਿਨ ਇੱਕ ਸਾਰੀ, ਭੁੱਲ ਗਿਆ ਕਿ ਸਾਰਿਆਂ ਨੇ ਇੱਕ ਵਾਰ ਮਰਨਾ ਹੈ, ਇਸ ਵਿੱਚ ਕੋਈ ਭਿੰਨ ਭਾਵ ਨਹੀਂ ਹੈ। ਹਾਂਜੀ। ਦੋਹਰਾ ਧਰਾ ਧੀਰ ਦਾ ਧਰਮ ਧੁਰ, ਪਾਂਦੇ ਕੇ ਸੁਨ ਬੈਨ। ਧਰਤੀ ਨੂੰ ਧੀਰਜ ਦੇਣ ਵਾਲੇ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ 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 ਵਾਹਿਗੁਰੂ। ਧਰਤੀ ਨੂੰ ਧੀਰਜ ਦੇਣ ਵਾਲੇ ਤੇ ਧਰਮ ਦਾ ਆਸਰਾ ਗੁਰੂ ਜੀ ਨੇ ਪਾਂਦੇ ਦੇ ਬਚਨ ਸੁਣ ਕੇ। ਤੇ ਸ਼ਬਦ ਪਦ ਬਦਨ ਤੇ ਬਦਤੰਗ ਸ਼ਰਦਾ ਦੈਨ। ਸ਼੍ਰੀ ਰਾਗ ਦੇ ਆਰੰਭ ਵਿੱਚ ਜੋ ਸ਼ਬਦ ਆਪਾਂ ਸਰਵਣ ਕੀਤਾ, ਦੂਸਰਾ ਪਦ ਸੱਚੇ ਪਾਤਸ਼ਾਹ ਜੀ ਨੇ ਪਾਂਦੇ ਦੇ ਪ੍ਰਤੀ ਉਚਾਰਨ ਕੀਤਾ। ਸ੍ਰੀ ਮੁਖ ਵਾਕ ਜਿੱਥੇ ਮਿਲੇ ਵਡਿਆਈਆ, ਸਦ ਖੁਸ਼ੀਆ ਸਦ ਚਾਓ। ਜਿੱਥੇ ਵਡਿਆਈਆਂ ਸਦੀਵੀ ਪ੍ਰਸੰਨਤਾ ਤੇ ਸਦੀਵੀ ਉਤਸ਼ਾਹ ਪ੍ਰਦਾਨ ਹੁੰਦੇ ਹਨ। ਜਿਨ ਮੁਖ ਟਿਕੇ ਨਿਕਲ ਹੈ, ਜਿਨ ਮਨ ਸੱਚਾ ਨਾਓ। ਉਹਨਾਂ ਜਿਨ੍ਹਾਂ ਦੇ ਦਿਲਾਂ ਅੰਦਰ ਸੱਚਾ ਨਾਮ ਹੈ, ਉਹਨਾਂ ਦੇ ਹਿਰਦਿਆਂ ਉੱਤੇ ਮਾਣ ਪ੍ਰਤਿਸ਼ਠਾ ਦੇ ਤਿਲਕ ਲੱਗਦੇ ਹਨ। ਕਰਮ ਮਿਲੈ ਤਾ ਪਾਈ ਹੈ, ਨਾਹੀ ਗੱਲੀ ਵਾਓ ਦੁਆਓ। ਜੇ ਬੰਦਾ ਰੱਬ ਦੀ ਮਿਹਰ ਦਾ ਪਾਲਕ ਹੋ ਜਾਵੇ, ਪਾਤਰ ਬਣ ਜਾਵੇ ਰੱਬ ਦੀ ਮਿਹਰ ਦਾ, ਤਦ ਉਹ ਐਸੀਆਂ ਵਡਿਆਈਆਂ ਪਾਉਂਦਾ ਹੈ। ਕਰਮ ਮਿਲੇ ਵਡਿਆਈਆਂ, ਕਰਮ ਮਿਲੇ ਤਾਂ ਪਾਈਐ, ਨਾ ਹੀ ਗੱਲੀ ਵਾਓ ਦਵਾਓ। ਉਹ ਐਸੀਆਂ ਵਡਿਆਈਆਂ ਪਾਉਂਦਾ ਹੈ, ਪਰ ਵਿਹਲੀਆਂ ਗੱਲਾਂ ਨਾਲ ਕੁਝ ਨਹੀਂ ਮਿਲਦਾ। ਚੌਪਈ ਨਹਿ ਪਾਂਦਾ ਔਰ ਧਾਰੋ ਐਸੇ, ਹੇ ਪਾਂਦਾ ਹਿਰਦੇ ਵਿੱਚ ਇਸ ਤਰ੍ਹਾਂ ਧਾਰਨ ਕਰੋ। ਹਾਂਜੀ। ਅਗਿਆਨੀ ਨਰ ਮਰ ਹੈ ਜੈਸੇ, ਜਿਸ ਤਰ੍ਹਾਂ ਇੱਕ ਮੂਰਖ ਵਿਅਕਤੀ ਮਰਦਾ ਹੈ। ਹੁਣ ਅਗਲਾ ਅਲੰਕਾਰ ਸ਼ੁਰੂ ਹੋਇਆ ਦੂਸਰੇ ਸ਼ਬਦ ਦਾ, ਬੜੇ ਪਿਆਰ ਨਾਲ ਸਰਵਣ ਕਰੋ। ਪਾਂਦਾ ਜੀ ਹਿਰਦੇ ਵਿੱਚ ਇਸ ਤਰ੍ਹਾਂ ਧਾਰਨ ਕਰੋ, ਜਿਸ ਤਰ੍ਹਾਂ ਇੱਕ ਮੂਰਖ ਵਿਅਕਤੀ ਮਰਦਾ ਹੈ ਨਾ,
ਹਾਂਜੀ, ਸਹਿ ਸ਼ੋਕਨ ਸੋ ਮਰਨਾ ਤਿਨ ਕੋ। ਉਹ ਦੁੱਖਾਂ ਸਮੇਤ ਮਰ ਜਾਂਦੇ ਹਨ ਤੇ ਬਾਰ-ਬਾਰ ਜਨਮ ਲੈਂਦੇ ਹਨ। ਜਨਮ ਜੋਨ ਪੁਨ ਪੁਨ ਤਿਨ ਗਨ ਕੋ। ਉਹਨਾਂ ਦਾ ਬਾਰ-ਬਾਰ ਜਨਮ ਹੁੰਦਾ ਹੈ, ਪੁਨਰ ਜਨਮਾਂ ਦੀ ਗਿਣਤੀ ਨਹੀਂ ਹੋ ਸਕਦੀ ਉਹਨਾਂ ਦੀ। ਨਿਤ ਚਿਤ ਹਰਖਤ ਸੰਤ ਸੁਖੈਨਾ। ਪਰ ਸੰਤ ਪੁਰਸ਼ ਸਦਾ ਪ੍ਰਸੰਨ ਤੇ ਸੁਖੀ ਰਹਿੰਦੇ ਹਨ। ਜਮਦੂਤਨ ਤੇ ਤਿਨ ਮਨ ਭੈਨਾ। ਮੂਰਖ ਮਨੁੱਖ ਨੂੰ ਜਮਾਂ ਦਾ ਭੈ ਹੈ, ਰੱਬ ਦੇ ਪਿਆਰਿਆਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਜਮਦੂਤਾਂ ਦਾ ਕੋਈ ਡਰ ਨਹੀਂ ਹੁੰਦਾ, ਕੋਈ ਉਹਨਾਂ ਦਾ ਡਰ ਨਹੀਂ ਹੁੰਦਾ। ਸਦ ਖੁਸ਼ੀਆਂ ਚਿਤ ਚਾਉ ਕਨੇਰਾ। ਕਿਉਂਕਿ ਰੱਬ ਦੇ ਪਿਆਰਿਆਂ ਦਾ ਦਿਲ ਸਦੀਵੀ ਖੁਸ਼ੀਆਂ ਨਾਲ ਭਰਿਆ ਰਹਿੰਦਾ ਹੈ, ਹਰ ਵਕਤ ਚਾਅ ਚੜਿਆ ਰਹਿੰਦਾ ਹੈ। ਜਪਤ ਨਾਮ ਹਰ ਹਿਰ ਹੈ ਨੇਰਾ। ਨਾਮ ਜਪਣ ਕਰਕੇ ਉਹਨਾਂ ਨੂੰ ਪ੍ਰਭੂ ਸਦਾ ਆਪਣੇ ਅੰਗ ਸੰਗ ਦਿਸਦਾ ਹੈ। ਉਹ ਸਦਾ ਹੀ ਸਮਝਦੇ ਨੇ ਕਿ ਰੱਬ ਸਾਡੇ ਨਾਲ ਹੈ। ਨਾਮ ਜਪਣ ਕਰਕੇ ਚਿਤ ਅਚਿੰਤ ਤਨ ਤਜ ਜਬ ਜਾਈ। ਜਦ ਇਸ ਡਰ ਰਹਿਤ ਅਵਸਥਾ ਵਿੱਚ ਸਰੀਰ ਛੱਡ ਕੇ ਜਾਂਦੇ ਨੇ ਕੌਣ? ਰੱਬ ਦੇ ਪਿਆਰੇ ਭਗਤ, ਰੱਬ ਦੇ ਪਿਆਰੇ ਸੰਤ, ਮਹਾਂਪੁਰਖ, ਬ੍ਰਹਮ ਗਿਆਨੀ, ਤਤ ਬੇਤੇ। ਹਾਂਜੀ, ਆਗੇ ਮਿਲੇ ਤਿਨਹਿ ਵਡਿਆਈ। ਅਗਲੀ ਦੁਨੀਆ ਵਿੱਚ ਉਹ ਬਹੁਤ ਵਡਿਆਈਆਂ ਪਾਉਂਦੇ। ਹੁਣ ਇਹਦਾ ਮਤਲਬ ਹੈ ਕਿ ਅਗਲੀ ਦੁਨੀਆ ਵੀ ਹੈ ਨਾ, ਅਸੀਂ ਤਾਂ ਐਵੇਂ ਤਰਕ ਕੁਤਰਕ ਖੜੇ ਕਰੀ ਜਾਂਦੇ ਆ ਛੋਟੀ ਜੀ ਗੱਲ ਤੇ ਸ਼ਰਧਾਹੀਣ ਹੋ ਕੇ। ਉਹ ਜਦੋਂ ਅਗਲੀ ਦੁਨੀਆ ਵਿੱਚ ਜਾਂਦੇ ਨੇ ਰੱਬ ਦੇ ਪਿਆਰੇ ਬੜਾ ਮਾਣ ਵਡਿਆਈ ਪਾਉਂਦੇ ਹਨ। ਜਸ ਕੇ ਨਿਕਸੇ ਮਸਤਕ ਟੀਕਾ। ਉਹ ਭਲੇ ਪੁਰਸ਼ ਜਿਨ੍ਹਾਂ ਦਾ ਮਨ ਹਰ ਸਮੇਂ ਪ੍ਰਭੂ ਭਜਨ ਵਿੱਚ ਜੁੜਿਆ ਰਹਿੰਦਾ ਹੈ। ਸੋ ਜਨ ਭਜਨ ਮੈਂ ਜਿਨ ਮਨ ਨੀਕਾ। ਉਹ ਰੱਬ ਦੇ ਪਿਆਰੇ ਜਿਨ੍ਹਾਂ ਦਾ ਹਰ ਸਮੇਂ ਪ੍ਰਭੂ ਦੇ ਭਜਨ ਵਿੱਚ ਮਨ ਜੁੜਿਆ ਰਹਿੰਦਾ ਹੈ, ਅਗਲੀ ਦੁਨੀਆ ਵਿੱਚ ਉਹਨਾਂ ਦੇ ਮੱਥੇ ਤੇ ਜਸ ਦਾ ਤਿਲਕ ਲੱਗਦਾ ਹੈ, ਜਸ ਦਾ, ਸੋਭਾ ਦਾ ਤਿਲਕ ਲੱਗਦਾ ਹੈ। ਫਿਰ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਦੂਸਰੇ ਪਾਸੇ ਮਹਾਰਾਜ ਕਹਿੰਦੇ ਮਾਇਆ ਕੀ ਸੋਭਾ 4 ਦਿਹਾੜੇ ਇਸ ਜਾਂਦੇ ਬਿਲਮ ਨਾ ਲਾਏਂਦਾ। ਉਹਨਾਂ ਦੇ ਮੱਥੇ ਤੇ ਜਸ ਦਾ ਤਿਲਕ ਹੈ। ਹਾਂਜੀ, ਦੋਹਰਾ ਸ੍ਰੀ ਪਰਮੇਸ਼ਰ ਆਤ ਦਇਆ ਜਿਹ ਨਰ ਪ੍ਰਾਪਤ ਨਾਮ। ਪ੍ਰਭੂ ਦੀ ਜਿਸ ਵਿਅਕਤੀ ਤੇ ਅਤ ਮਿਹਰ ਹੁੰਦੀ ਹੈ, ਬਾਤੇ ਬਕਨੀ ਬਦਨ ਤੇ ਬਾਤ ਸਰਸ। ਉਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਤੇ ਮੁਖ ਤੋਂ ਹੋਰ ਗੱਲਾਂ ਕਰਨੀਆਂ ਹਵਾ ਦੇ ਸਮਾਨ ਹਨ, ਪਾਪ ਫਜ਼ੂਲ ਹਨ। ਚਾਉ ਪਈ ਸੁਨ ਸੁਨ ਸ਼ਰੋਨਨ ਬੈਨਨ ਪਾਤ। ਗੁਰੂ ਜੀ ਦੀ ਬਾਣੀ ਆਪਣੇ ਕੰਨਾਂ ਨਾਲ ਸੁਣ ਕੇ ਪਾਂਧਾ ਇੰਜ ਕੀਲਿਆ ਗਿਆ। ਕਿਵੇਂ? ਨਿਜ ਚਿਤ ਐ ਲਿਖ ਮੰਤਰਣ ਬਾਧਾ। ਜਿਵੇਂ ਇੱਕ ਸੱਪ ਕੀਲਿਆ ਜਾਂਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਪਾਂਧਾ ਕਹਿੰਦਾ ਸੀ ਮੈਂ ਤੇ ਸਾਰੀਆਂ ਪੜ੍ਹਾਈਆਂ ਪੜ੍ਹਿਆ, ਤੂੰ ਕਿਹੜੀ ਗੱਲ ਕਰਦਾ ਹੈ? ਸਾਰੇ ਪਹਾੜੇ ਮੈਨੂੰ ਆਉਂਦੇ ਨੇ, ਸਾਰੇ ਹਿਸਾਬ ਕਿਤਾਬ ਆਉਂਦੇ ਨੇ। ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਕੰਨਾਂ ਨਾਲ ਸੁਣੀ ਜਾਂਦਾ ਹੈ, ਪਾਂਧਾ ਇੰਜ ਕੀਲਿਆ ਗਿਆ ਜਿਵੇਂ ਸੱਪ ਕੀਲਿਆ ਜਾਂਦਾ ਹੈ ਬੀਨ ਦੇ ਉੱਪਰ। ਆਇਓ ਤੈ ਨਮਰ ਹੋਏ ਬਰਬਾਨੀ। ਸੁੱਖਾਂ ਦੇ ਦਾਤੇ ਗੁਰੂ ਜੀ ਪਾਂਧੇ ਨੂੰ ਸਮਝਾਉਂਦੇ ਨੇ। ਭੋਜਨ ਹੇਤ ਬਦੇ ਸੁਖਦਾਨੀ। ਪਾਂਧੇ ਨੂੰ ਸਮਝਾਉਣ ਵਾਸਤੇ ਸ੍ਰੇਸ਼ਟ ਬਾਣੀ ਦਾ ਉਚਾਰਨ ਕਰ ਰਹੇ ਨੇ ਸੱਚੇ ਪਾਤਸ਼ਾਹ। ਪਾਤਸ਼ਾਹ ਭੂਪ ਤੇ ਇੱਕ ਕੀਤੇ। ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਨੇ ਵੱਡੇ ਵੱਡੇ ਰਾਜੇ। ਹਾਂਜੀ, ਅਗਲੀ ਪੰਕਤੀ ਪੜੋ। ਚਿਤ ਮੇ ਕਾ ਭਗਵੰਤ ਨਾ ਪ੍ਰੀਤੇ। ਕਹਿੰਦੇ ਬਾਦਸ਼ਾਹ ਤੇ ਵੱਡੇ ਵੱਡੇ ਰਾਜੇ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਨਾਲ ਪ੍ਰੀਤ ਨਹੀਂ, ਪਾਤਸ਼ਾਹ ਭੂਪਤ ਇੱਕ ਕੀਤੇ, ਉਹ ਅਖੀਰ ਖੇ ਹੋ ਜਾਂਦੇ ਨੇ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਪ੍ਰਮਾਤਮਾ ਦੀ ਪ੍ਰੀਤੀ ਨਹੀਂ ਹੈ। ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ। ਜਿਨ੍ਹਾਂ ਨੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਵਿਸਾਰ ਦਿੱਤਾ, ਸਤਿਗੁਰੂ ਜੀ ਕਹਿੰਦੇ ਉਹ ਖੇ ਹੋ ਜਾਂਦੇ ਨੇ। ਵੱਡੇ ਵੱਡੇ ਰਾਜੇ, ਮਹਾਰਾਜੇ, ਵੱਡੇ ਵੱਡੇ ਚੱਕਰਵਰਤੀ ਰਾਜੇ ਜਿਨ੍ਹਾਂ ਦੇ ਨਾਮ ਦੀ ਹਿਰਦੇ ਵਿੱਚ ਪ੍ਰੀਤੀ ਨਹੀਂ ਹੈ। ਹਾਂਜੀ, ਬਿਲ ਸਤ ਜਗਤ ਬਿਸਾਲ ਬਿਲਾਸਾ। ਉਹ ਹਮੇਸ਼ਾ ਜਗਤ ਦੇ ਭੋਗ ਬਿਲਾਸਾਂ ਵਿੱਚ ਫਸੇ ਰਹਿੰਦੇ ਹਨ। ਨਿਦੇ ਨ ਕਦੇ ਨਾਮ ਪਰਵਾਸਾ। ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਪ੍ਰਵਾਸਾ ਨਹੀਂ ਹੁੰਦਾ। ਇਸ ਵਾਸਰ ਐਸ਼ਨ ਮੈਂ ਐਸੇ। ਦਿਨ ਰਾਤ ਐਸ਼ ਵਿੱਚ ਇੰਜ ਜਕੜੇ ਰਹਿੰਦੇ ਹਨ ਜਿਵੇਂ ਪਲ ਮੈਂ ਅਲ ਮਿਲਵਤ ਜੈਸੇ। ਜਿਵੇਂ ਕਮਲ ਨੂੰ ਭੌਰਾ ਚਿੰਬੜਦਾ ਹੈ, ਭਾਵ ਮਿਲਦਾ, ਇਸ ਤਰ੍ਹਾਂ ਐਸ਼ ਪ੍ਰਸਤੀ ਦੇ ਵਿੱਚ ਜਕੜੇ ਰਹਿੰਦੇ ਹਨ। ਅੰਤ ਸਮਾਨ ਹੈ ਸਿਮਰੈ ਸੋ। ਪਰ ਅੰਤ ਸਮੇਂ ਸਿਮਰਨ ਨਹੀਂ ਕਰਦੇ। ਜਿਉ ਲਗ ਲਖਤ ਨ ਲੋਲਪ ਕੋ। ਜਿਵੇਂ ਪਾਪ ਦੇ ਲੰਪਟਾਂ ਨੂੰ ਕੋਈ ਜਾਣ ਨਹੀਂ ਸਕਦਾ, ਅੰਤ ਸਮੇਂ ਵੀ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ। ਦੋਹਰਾ ਜਿਨ ਦੀਨੋ ਤਨ ਮਨ ਧਰਮ ਤਿਸਤੇ ਆਸ ਅਨਜਾਨ। ਸਤਿਗੁਰੂ ਜੀ ਕਹਿੰਦੇ ਪਾਂਧਾ ਜੀ, ਜਿਨ੍ਹਾਂ ਦੇ ਨਾਮ ਨੂੰ ਹਿਰਦੇ ਵਿੱਚ, ਜਿਨ੍ਹਾਂ ਨੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਦੀ
ਦੀ ਥਾਂ ਆਪਣਾ ਤਨ ਮਨ ਧਨ ਅਰਪਣ ਕਰ ਦਿੱਤਾ ਹੈ। ਗਾਦਰ ਕਰਦਮ ਮਦ ਮੇਲ ਕੀਮਨਾ ਕਮਲ ਪਛਾਣ। ਉਹ ਐਸੇ ਅਣਜਾਣ ਹਨ ਜਿਵੇਂ ਡੱਡੂ ਚਿੱਕੜ ਵਿੱਚ ਰਹਿ ਕੇ ਕਮਲ ਦੀ ਕੀਮਤ ਨਹੀਂ ਜਾਣ ਸਕਦਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰ ਦੀ ਬਾਣੀ ਅੰਦਰ ਵੀ ਆਉਂਦਾ ਹੈ, ਦਾਦਰ ਤੂੰ ਕਵੇ ਨਾ ਜਾਣ ਸਰੇ, ਭਖਸ ਵਿਸਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ। ਕਹਿੰਦੇ ਕਮਲ ਦੇ ਫੁੱਲ ਦੀ ਜੜ ਦੇ ਲਾਗੇ ਡੱਡੂ ਰਹਿੰਦਾ ਹੈ, ਉਹ ਉਹਦਾ ਰਸ ਨਹੀਂ ਮਾਣ ਸਕਦਾ, ਉਹ ਗੰਦਗੀ ਵਿੱਚ ਹੀ ਮੂੰਹ ਮਾਰਦਾ ਹੈ, ਚਿੱਕੜ ਵਿੱਚ ਹੀ ਰਹਿੰਦਾ ਹੈ, ਕਮਲ ਦੀ ਕੀਮਤ ਨਹੀਂ ਸਮਝ ਸਕਦਾ। ਤੇ ਜਿਹੜੇ ਵਾਹਿਗੁਰੂ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਉਣ ਦੀ ਜਗ੍ਹਾ ਆਪਣਾ ਤਨ ਮਨ ਧਨ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਕਰ ਦਿੰਦੇ ਨੇ, ਉਹ ਉਸ ਡੱਡੂ ਵਰਗੇ ਹਨ ਜਿਹੜੇ ਕਮਲ ਦੀ ਕੀਮਤ ਨਹੀਂ ਜਾਣ ਸਕਦੇ। ਚੌਪਈ ਬਿਸਰੇ ਬੈਸ ਬਿਹਾਵੇ ਸਭ ਹੀ। ਪ੍ਰਭੂ ਨੂੰ ਵਿਸਾਰ ਕੇ ਸਾਰੇ ਆਪਣੀ ਉਮਰ ਵਿਅਰਥ ਹੀ ਗਵਾ ਰਹੇ ਹਨ। ਨਾਮ ਨ ਚਿਤ ਮੈਂ ਬਿਤਵੇ ਕਬਹੀ। ਨਾਮ ਨੂੰ ਕਦੀ ਚਿੱਤ ਵਿੱਚ ਵਸਾਉਂਦੇ ਨਹੀਂ ਹਨ ਐਸੇ। ਸੁਖ ਸੋ ਬਿਸੋ ਬਸੇ ਬਸ ਸੇਤੀ। ਕਹਿੰਦੇ ਸੁਖ ਖਾਤਰ ਸੰਸਾਰ ਵਿੱਚ ਪਦਾਰਥਾਂ ਨਾਲ ਪਿਆਰ ਕਰਦੇ ਹਨ। ਹਿਰਦੇ ਕਦਾਚਿਤ ਸੁਧ ਨ ਅਗੇਤੀ। ਹਿਰਦੇ ਵਿੱਚ ਕਦੀ ਵੀ ਅੱਗੇ ਬਾਰੇ ਨਹੀਂ ਸੋਚਦੇ। ਉਹ ਐਸੇ ਸੁੱਖਾਂ ਦੀ ਖਾਤਰ ਪਦਾਰਥਾਂ ਨਾਲ ਪਿਆਰ ਕਰਦੇ ਹਨ। ਹਾਂਜੀ, ਇਹ ਸਥਾਨ ਕੈਸੇ ਸੁਖ ਪਾਵੇ। ਬਾਂਦੇ ਨੇ ਕਿਹਾ ਸਤਿਗੁਰੂ ਜੀ ਇਸ ਦੁਨੀਆ ਵਿੱਚ ਰਹਿ ਕੇ ਕਿਵੇਂ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ। ਕੋ ਬਿਦ ਹੋਤ ਅਗਾਰੀ ਜਾਵੇ। ਕਿਸ ਵਿਧੀ ਅਨੁਸਾਰ ਅਗਲੀ ਦੁਨੀਆ ਵਿੱਚ ਜਾਈਦਾ ਹੈ। ਦੇ ਸੰਦੇਹ ਭਏ ਮੁਝ ਦੋ। ਮੇਰੇ ਹਿਰਦੇ ਵਿੱਚ ਦੋ ਸੰਸ਼ੇ ਪੈਦਾ ਹੋਏ ਨੇ ਕਿ ਦੁਨੀਆ ਵਿੱਚ ਰਹਿ ਕੇ ਸੁਖ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਅਗਲੀ ਦੁਨੀਆ ਵਿੱਚ ਕਿਸ ਵਿਧੀ ਦੇ ਨਾਲ ਜਾਈਦਾ ਹੈ। ਹੇ ਦਇਆ ਦੇ ਸਤਿਗੁਰੂ, ਉੱਤਰ ਦੇਹੋ ਦਇਆ ਨਿਦ ਸੋ। ਹੇ ਦਇਆ ਦੇ ਭੰਡਾਰ ਮੈਨੂੰ ਇਸ ਗੱਲ ਦਾ ਉੱਤਰ ਦੇਵੋ। ਬਸ ਸੁਨ ਕਰ ਉਤਪਲ ਦਲ ਲੋਚਨ। ਇਹ ਗੱਲ ਸੁਣ ਕੇ ਕਮਲ ਦੀਆਂ ਪੱਤੀਆਂ ਵਰਗੇ ਅੱਖਾਂ ਵਾਲੇ ਸਤਿਗੁਰੂ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਪਾਂਦੇ ਕੋਲੋਂ ਬੇਨਤੀ ਸੁਣ ਕੇ ਨਾ ਕਮਲ ਦੀ ਪੱਤੀਆਂ ਵਰਗੇ ਅੱਖਾਂ ਵਾਲੇ ਨੇਤਰਾਂ ਵਾਲੇ ਸਤਿਗੁਰੂ, ਹਾਂਜੀ, ਦੁੱਖਾਂ ਨੂੰ ਦੂਰ ਕਰਨ ਵਾਲੇ, ਹਾਂਜੀ, ਤੇਰੇ ਬਚਨ ਰੁਚਰ ਦੁਖ ਮੋਚਨ। ਜਿਸ ਨੂੰ ਜਗਤ ਦੇ ਪਦਾਰਥਾਂ ਨਾਲ ਕੋਈ ਮੋਹ ਨਹੀਂ ਹੈ। ਜਗਤ ਪਦਾਰਥ ਹਿਤ ਬੈਰਾਗਾ। ਉਸ ਸੁਭਾਗੇ ਗੁਰੂ ਨੇ, ਹਾਂਜੀ, ਤ੍ਰਿਤੀਯ ਸ਼ਬਦ ਪਦ ਲਿਖਤ। ਤੀਸਰਾ ਸ਼ਬਦ ਸਤਿਗੁਰਾਂ ਨੇ ਪਦ ਉਚਾਰਿਆ। ਸ੍ਰੀ ਮੁਖ ਵਾਕ ਇੱਕ ਆਵੇ ਇੱਕ ਜਾਹੇ ਉਠ ਰਖੀਏ ਨਾਮ ਸਲਾਹ। ਸਤਿਗੁਰੂ ਜੀ ਕਹਿੰਦੇ ਪਾਂਦਾ ਜੀ ਕਈ ਆਉਂਦੇ ਕਈ ਜਾਂਦੇ ਹਨ, ਕਈ ਬੜੇ ਉੱਚੇ ਨਾਂ ਰਖਵਾਉਂਦੇ ਹਨ। ਹਾਂਜੀ, ਕੋ ਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਪਰਮਾਤਮਾ ਨੇ ਇੱਕ ਭਿਖਾਰੀ ਪੈਦਾ ਕੀਤੇ ਹੋਏ ਨੇ, ਕਈ ਉੱਚੀ ਪਦਵੀਆਂ ਵਾਲੇ ਕਚਹਿਰੀਆਂ ਲਾਉਂਦੇ ਹਨ। ਇੱਕ ਖਾਵੇ ਬਖਸ਼ ਤੋਟ ਨਾ ਆਵੇ, ਇੱਕ ਨਾ ਫੱਕਾ ਪਾਇਆ ਜੀ। ਇੱਕ ਉੱਚੀਆਂ ਪਦਵੀਆਂ ਵਾਲੇ ਪਰਮਾਤਮਾ ਨੇ ਪੈਦਾ ਕੀਤੇ ਜਿਹੜੇ ਕਚਹਿਰੀਆਂ ਲਾਉਂਦੇ ਨੇ, ਇੱਕ ਭਿਖਾਰੀ ਪੈਦਾ ਕੀਤੇ ਨੇ। ਹਾਂਜੀ, ਅੱਗੇ ਗਿਆ ਜਾਣੀਐ ਬਿਨ ਨਾਵੇ ਵਿਕਾਰ। ਪਰ ਅਗਲੀ ਦੁਨੀਆ ਵਿੱਚ ਜਾ ਕੇ ਆਦਮੀ ਅਨੁਭਵ ਕਰੇਗਾ ਕਿ ਨਾਮ ਦੇ ਬਾਝ ਉਹ ਬੇਕਾਰ ਹੈ। ਸੋ ਸਾਹਿਬ ਕਿਰਪਾ ਕਰਨ ਅਗਲਾ ਪ੍ਰਸੰਗ ਆਪਾਂ ਅਗਲੇ ਸਮੇਂ ਅੰਦਰ ਸਰਵਣ ਕਰਾਂਗੇ। ਪ੍ਰਸੰਗ ਦੀ ਕਥਾ ਕਰਦਿਆਂ, ਅਮਰ ਕਥਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੁੰਦੀਆਂ ਨੇ। ਗੁਰੂ ਰਾਮਦਾਸ ਜੀ ਦੇ ਦਰ ਦਾ ਅਦਨਾ ਜਿਹਾ ਸੇਵਕ ਜਾਣ ਕੇ ਆਪ ਜੀ ਨੇ ਬਖਸ਼ ਲੈਣਾ। ਬਚਨ ਗੁਰੂ ਕੇ ਜਾਣ ਕੇ ਹਿਰਦੇ ਦੇ ਵਿੱਚ ਵਸਾਉਣੇ। ਜੋ ਬਚਨ ਤੁਹਾਨੂੰ ਚੰਗੇ ਲੱਗਦੇ ਨੇ ਉਹ ਗੁਰੂ ਸਾਹਿਬ ਦੇ ਨੇ, ਗੁਰ ਇਤਿਹਾਸ ਦੇ ਨੇ, ਉਹਨਾਂ ਨੂੰ ਹਿਰਦੇ ਵਿੱਚ ਵਸਾਓ। ਜਿਹੜੇ ਬਚਨ ਤੁਹਾਨੂੰ ਚੰਗੇ ਨਹੀਂ ਲੱਗਦੇ ਹੋਣਗੇ ਉਹ ਮੇਰੇ ਹੋ ਸਕਦੇ ਨੇ। ਉਹਨਾਂ ਦੀ ਭੁੱਲਾਂ ਦੀ ਖਿਮਾ ਦੀ ਜਾਚਨਾ ਮੈਂ ਆਪ ਜੀ ਦੇ ਪਾਸੋਂ ਕਰਦਾ ਹਾਂ ਜੀ। ਸਤਿਗੁਰੂ ਕਿਰਪਾ ਕਰਨ, ਬੇਅੰਤ ਭੁੱਲਾਂ ਹੋਈਆਂ, ਸਾਹਿਬ ਕਿਰਪਾ ਕਰਨ। ਸਾਰੀ ਸੰਗਤ ਦਾ ਧੰਨਵਾਦ। ਪੜ੍ਹੀਏ ਪਿਆਰ ਨਾਲ। ਇੱਕ ਆਵੇ ਇੱਕ ਜਾਹੇ ਉਠ ਰੱਖੀਐ ਨਾਮ ਸਲਾਰ। ਇੱਕ ਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਅੱਗੇ ਗਿਆ ਜਾਣੀਐ ਵਿਣ ਨਾਵੇ ਵਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।